देखो सारे धर्मां की गल दस करदा। जे बाइबल की गल करिए आपां तो बाइबल ਦਾ ਇੱਕ ਮੇਨ ਜੋ ਦਾਸ ਨੇ ਦੇਖਿਆ ਹੈਗਾ ਹੈ ਕਿ ਉਹ ਸਭ ਤੋਂ ਪਹਿਲਾਂ ਇੱਕ ਵਧੀਆ ਸੰਸਾਰੀ ਬਣਨ ਲਈ ਸਾਨੂੰ ਇੰਡੀਕੇਟ ਕਰ ਰਹੀ ਹੈ ਕਿ ਵਧੀਆ ਸੰਸਾਰੀ ਬਣੋ। ਕਹਿਣ ਦਾ ਮਤਲਬ ਇਹ ਹੈ ਕਿ ਤਮੋ ਗੁਣ ਚੋਂ ਉੱਠ ਕੇ ਰਜੋ ਵਿੱਚ ਆਓ, ਵਧੀਆ ਰਸ ਤੁਹਾਡਾ ਰਾਜਸੀ ਜੀਵਨ ਹੋਏ। ਤੁਸੀਂ ਬਿਲਕੁਲ ਇਸ ਜੋ ਸਾਡਾ ਸੰਵਿਧਾਨ ਹੈ ਇਹਦੇ ਵਿੱਚ ਬਿਲਕੁਲ ਵਧੀਆ ਤਰੀਕੇ ਨਾਲ ਚੱਲ ਰਹੇ ਹੋ, ਅੱਛਾ ਖਾਸਾ ਜੀਵਨ ਵਧੀਆ ਬਤੀਤ ਕਰ ਰਹੇ ਹੋ, ਹਰ ਸੁੱਖ ਸੁਵਿਧਾ ਇਸ ਸੰਸਾਰ ਦੀ ਤੁਹਾਡੇ ਕੋਲ ਹੈ। ਆਫਟਰ ਦੈਟ ਫਿਰ ਤੁਸੀਂ ਵਧੀਆ ਪਰਮਾਰਥੀ ਬਣ ਸਕਦੇ ਹੋ। ਇਸੇ ਤਰ੍ਹਾਂ ਭਾਗਵਤ ਗੀਤਾ ਤਾਂ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ, ਕਿਉਂਕਿ ਜਿੰਨੇ ਵੀ ਅਸੀਂ ਇਹ ਸਾਨੂੰ ਭਾਗਵਤ ਜੋ ਹੈ ਇਹ ਇੰਨੇ ਵਧੀਆ ਤਰੀਕੇ ਨਾਲ ਸਾਨੂੰ ਜੀਵਾਂ ਨੂੰ ਸਮਝਾ ਰਹੀ ਹੈ, ਕਿਉਂਕਿ ਸਭ ਤੋਂ ਪਹਿਲਾਂ ਸਾਡਾ ਇੱਕ ਵਿਸ਼ਵਾਸ ਟਿਕਿਆ ਹੈ ਕਿ ਅਸੀਂ ਸਨਾਤਨੀ ਹਾਂ। ਤੋ ਸਨਾਤਨੀ ਗੱਲ ਹੋ ਰਹੀ ਹੈ ਇੱਥੇ, ਇਹ ਸਾਡਾ ਇੱਕ ਵਿਸ਼ਵਾਸ ਹੀ ਹੈ ਕੇਵਲ ਔਰ ਕੇਵਲ। ਹਰ ਜੀਵ ਸਨਾਤਨੀ ਹੈ, पर फिर भी एक विश्वास हुई है कि हिंदू जब भी पढ़ेगा भागवत गीता पढ़ेगा, रामायण पढ़ेगा। तो इत्थे भागवत की जो गल हो रही है ਇਹਦੇ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਨੇ ਇਸ ਕੁੱਲ ਮਾਲਕ ਦੀ ਗੱਲ ਕੀਤੀ ਹੈ। ਇਹ ਜਿੰਨੀਆਂ ਵੀ ਦਾਸ ਨੇ ਗੱਲਾਂ ਕਹਿ ਕੇ ਸੁਣਾਈਆਂ ਨੇ ਕਿ ਮੈਂ ਪਾਣੀ ਦਾ ਸਵਾਦ ਆ, ਸੂਰਜ ਦੀ ਤਪੱਸਾ, ਐਵਰੀਥਿੰਗ, ਇਹ ਸਾਰੀਆਂ ਪਹਿਚਾਨਾਂ ਪਰਮਾਤਮਾ ਦੀਆਂ ਨੇ। ਪ੍ਰਭੂ ਪਰਮੇਸ਼ਰ ਪਰਮਾਤਮਾ ਦੀਆਂ ਨੇ। ਭਗਵਾਨ ਸ੍ਰੀ ਕ੍ਰਿਸ਼ਨ ਨੇ ਕਹਿ ਕੇ ਅਰਜਨ ਨੂੰ ਇਹ ਸੁਣਾਈਆਂ ਨੇ। ਸੋ ਇਹ ਮਤਲਬ ਇਸ ਚੀਜ਼ ਦੀ ਕਲੈਰਿਟੀ ਹੋਣੀ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦ ਤੱਕ ਇਹ ਕਲੈਰਿਟੀ ਨਹੀਂ ਹੋਏਗੀ ਤਦ ਤੱਕ ਅਸੀਂ ਮਤਲਬ ਨਹੀਂ ਵਧੀਆ ਤਰੀਕੇ ਨਾਲ ਚੱਲ ਸਕਦੇ। ਸੋ ਦਾਸ ਇੱਥੇ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਹੈ ਕਿ ਸਾਨੂੰ ਜੀਵਾਂ ਨੂੰ ਤੋ ਸਾਨੂੰ ਜੀਵਾਂ ਨੂੰ ਇਹ ਕਲੈਰਿਟੀ ਆ ਰਹੀ ਹੈ ਇੱਥੇ ਤੋ ਇੱਥੇ ਇਹ ਚੀਜ਼ ਦੀ ਕਲੈਰਿਟੀ ਆ ਗਈ। ਹੁਣ ਭਗਵਾਨ ਸ੍ਰੀ ਕ੍ਰਿਸ਼ਨ ਅਰਜਨ ਨੂੰ ਆਪਣੇ ਮਿੱਤਰ ਤੇ ਆਪਣੇ ਸਖਾ ਸੰਬੰਧੀ ਦੇ ਬਿਹਾਵ ਤੇ ਇਹ ਸਾਰੀ ਗੱਲ ਕਲੀਅਰ ਕਰ ਰਹੇ ਨੇ। ਤੋ ਇਹ ਵੀ ਇੱਕ ਇੱਥੇ ਅੱਗੇ ਗੱਲ ਸ਼ੁਰੂ ਹੁੰਦੀ ਹੈਗੀ ਹੈ ਕਿ ਕੋਈ ਕਿਵੇਂ ਸੋਚ ਸਕਦਾ ਹੈ ਕਿ ਸ੍ਰੀ ਕ੍ਰਿਸ਼ਨ ਅਰਜਨ ਦੇ ਮਿੱਤਰ ਸਨ, ਦੋਸਤ ਸਨ ਔਰ ਅਰਜਨ ਭਾਗਵਤ ਗੀਤਾ ਦੇ ਪਾਠਕਾਂ ਦਾ ਇਸ ਪ੍ਰਕਾਰ ਸੰਦੇਸ਼ ਦੂਰ ਕਰਦੇ ਹਨ ਔਰ ਅਗਲੇ ਸ਼ਲੋਕ ਵਿੱਚ ਇਸ ਦੀ ਪੁਸ਼ਟੀ ਕਰਦੇ ਹਨ। ਜਦ ਅਰਜਨ ਕਹਿੰਦਾ ਹੈ ਕਿ ਸ੍ਰੀ ਕ੍ਰਿਸ਼ਨ ਤੈਨੂੰ ਮੈਂ ਹੀ ਭਗਵਾਨ ਨਹੀਂ ਮੰਨਦਾ, ਬਲਕਿ ਨਾਰਦ, ਅਸਤ, ਦੇਵਲ ਔਰ ਰਿਸ਼ੀ ਵਿਆਸ ਦੇ ਵਰਗੇ ਮਹਾਂਪੁਰਸ਼ ਵੀ ਸਵੀਕਾਰ ਕਰਦੇ ਹਨ। ਇਹ ਸਭ ਮਹਾਂਪੁਰਖ ਹਨ ਜੋ ਸਮਸਤ ਆਚਾਰਿਆ ਦੁਆਰਾ ਸਵੀਕਾਰਤ ਵੈਦਿਕ ਗਿਆਨ ਦਾ ਧਰਮ ਪ੍ਰਚਾਰ ਕਰਦੇ ਹਨ ਔਰ ਅਰਜਨ ਸ੍ਰੀ ਕ੍ਰਿਸ਼ਨ ਨੂੰ ਕਹਿੰਦੇ ਹਨ, ਉਹ ਜੋ ਵੀ ਕਹਿੰਦੇ ਹਨ ਮੈਂ ਉਹ ਸੱਚ ਮੰਨਦਾ। I accept everything you say to be true। ਅਰਜਨ ਇਹ ਵੀ ਕਹਿੰਦਾ ਹੈ ਕਿ ਸ੍ਰੀ ਕ੍ਰਿਸ਼ਨ ਭਗਵਾਨ ਦੇ ਵਿਅਕਤਿਤਵ ਨੂੰ ਸਮਝ ਪਾਣਾ ਬਹੁਤ ਕਠਿਨ ਹੈ। ਇੱਥੋਂ ਤੱਕ ਕਿ ਵੱਡੇ ਦੇਵਤਾ ਵੀ ਇਸ ਨੂੰ ਨਹੀਂ ਸਮਝ ਪਾਉਂਦੇ ਔਰ ਉਹ ਮਾਨਵ ਭਗਤ ਬਣੇ ਬਿਨਾ ਸ੍ਰੀ ਭਗਵਾਨ ਕ੍ਰਿਸ਼ਨ ਨੂੰ ਕਿੱਦਾਂ ਮਿਲ ਸਕਦੇ ਹਨ। ਸੋ ਅਰਜਨ ਕਹਿ ਰਹੇ ਹਨ
ਸ੍ਰੀ ਭਾਗਵਤ ਗੀਤਾ ਨੂੰ ਭਗਤੀ ਭਾਵ ਨਾਲ ਗ੍ਰਹਿਣ ਕੀਤਾ ਜਾ ਸਕਦਾ ਹੈ। ਕਿਸੇ ਨੂੰ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਉਹ ਵੀ ਕ੍ਰਿਸ਼ਨ ਭਗਵਾਨ ਦੇ ਬਰਾਬਰ ਹੈ। ਨਾ ਹੀ ਇਹ ਸੋਚਣਾ ਚਾਹੀਦਾ ਹੈ ਕਿ ਸ੍ਰੀ ਕ੍ਰਿਸ਼ਨ ਇੱਕ ਆਮ ਵਿਅਕਤੀ ਦੇ ਸਮਾਨ ਸਨ ਜਾਂ ਇੱਕ ਮਹਾਨਤਮ ਜਾਨੀ ਮਹਾਨ ਵਿਅਕਤੀ ਸਨ। ਭਗਵਾਨ ਸ੍ਰੀ ਕ੍ਰਿਸ਼ਨ ਸਾਖਸ਼ਾਤ ਪੁਰਸ਼ੋਤਮ ਭਗਵਾਨ ਸਨ। ਜਦ ਅਸੀਂ ਸੁਧ ਭਾਵ ਪ੍ਰੇਮ ਨਾਲ ਸ੍ਰੀ ਕ੍ਰਿਸ਼ਨ ਨੂੰ ਭਗਵਾਨ ਮੰਨ ਲੈਂਦੇ ਹਾਂ ਤਾਂ ਅਸੀਂ ਸੁਧ ਭਾਵ ਨਾਲ ਭਗਵਤ ਗੀਤਾ ਨੂੰ ਸਮਝ ਸਕਦੇ ਹਾਂ। ਜਦ ਤੱਕ ਅਸੀਂ ਭਗਵਤ ਗੀਤਾ ਦਾ ਪਾਠ ਬਿਲਕੁਲ ਵਿਨਰਮ ਭਾਵ ਨਾਲ ਨਹੀਂ ਕਰਦੇ, ਤਦ ਤੱਕ ਇਸ ਨੂੰ ਸਮਝ ਪਾਣਾ ਅਤਿਅੰਤ ਕਠਿਨ ਹੈ। ਇਹ ਇੱਕ ਮਹਾਨ ਰਹੱਸ ਹੈ। ਇੱਥੇ ਇੱਕ ਸਵਾਲ ਪੈਦਾ ਹੋ ਜਾਂਦਾ ਹੈ ਕਿ ਸ੍ਰੀਮਦ ਭਗਵਤ ਗੀਤਾ ਹੈ ਕੀ ਹੈ। ਹੁਣ ਦਾਸ ਜੋ ਪਹਿਲਾਂ ਦੱਸ ਰਿਹਾ ਸੀਗਾ ਕਿ ਸਾਨੂੰ ਜੀਵਾਂ ਨੂੰ ਸਮਝਣਾ ਹੈ, ਸਾਨੂੰ ਸਭ ਤੋਂ ਪਹਿਲਾਂ ਗਿਆਨ, ਭਗਵਤ ਗਿਆਨ ਹੋਣਾ ਜ਼ਰੂਰੀ ਹੈ। ਸਾਨੂੰ ਬ੍ਰਹਮ ਗਿਆਨ ਹੋਣਾ ਜ਼ਿਆਦਾ ਜ਼ਰੂਰੀ ਹੈ। ਤਾਂ ਅਜਿਹੀ ਹੀ ਗੱਲ ਅਰਜਨ ਹੁਣ ਕਾਰਨ ਤਾਂ ਉੱਤਰ ਹੈ ਕਿ ਸ੍ਰੀ ਭਗਵਤ ਗੀਤਾ ਦਾ ਪ੍ਰਯੋਜਨ ਮਨੁੱਖ ਨੂੰ ਭੌਤਿਕ ਸੰਸਾਰ ਦੇ ਅਗਿਆਨ ਤੋਂ ਉਭਾਰਦਾ ਹੈ, ਭਾਵ ਉੱਪਰ ਲੈ ਜਾਂਦਾ ਹੈ। ਹਰੇਕ ਵਿਅਕਤੀ ਅਨੇਕ ਪ੍ਰਕਾਰ ਦੀਆਂ ਕਠਿਨਾਈਆਂ ਵਿੱਚ ਫਸਿਆ ਰਹਿੰਦਾ ਹੈ। ਜਿਸ ਤਰ੍ਹਾਂ ਅਰਜਨ ਵੀ ਕੁਰੂਕਸ਼ੇਤਰ ਦੇ ਯੁੱਧ ਵਿੱਚ ਯੁੱਧ ਕਰਨ ਦੇ ਲਈ ਕਠਿਨਾਈ ਵਿੱਚ ਸੀ, तो अर्जुन ने श्री कृष्ण ਦੀ शरण ग्रहण कर ली। इस दे फलस्वरूप भगवत गीता ਦੇ ਪ੍ਰਵਚਨ श्री कृष्ण जी ने अर्जुन ਨਾਲ ਕੀਤੇ। ਇਸ ਦੇ ਫਲਸਰੂਪ ਜਦ ਇਹ ਸਿਚੁਏਸ਼ਨ ਇੱਕ ਬਣੀ ਤਾਂ ਭਗਵਾਨ श्री कृष्ण ने सारी भागवत कह सुनाई। केवल अर्जुन वर्ण ही भौतिक ਅਸਤਵ ਵਿੱਚ ਹੈ। ਸਾਡੇ ਸਾਰਿਆਂ ਵਿੱਚ ਭੌਤਿਕ ਅਸਤਵ ਦੇ ਕਾਰਨ ਚਿੰਤਾਵਾਂ ਹਨ। ਸਾਨੂੰ ਆਪਣੇ ਅਸਤਵ ਕਾਰਨ ਭੈਭੀਤ ਨਹੀਂ ਹੋਣਾ ਚਾਹੀਦਾ। ਸਾਡਾ ਅਸਤਵ ਸਨਾਤਨ ਹੈ, ਲੇਕਿਨ ਸਾਨੂੰ ਕਿਸੇ ਨਾ ਕਿਸੇ ਕਾਰਨ ਵਸ ਅਸਤਵ ਵਿੱਚ ਪਾ ਦਿੱਤਾ ਗਿਆ ਹੈ। ਇਸ ਅਸਤਵ ਵਿੱਚ ਭਗਵਤ ਗੀਤਾ ਗ੍ਰਹਿਣ ਕਰਕੇ ਸ੍ਰੀ ਕ੍ਰਿਸ਼ਨ ਭਗਵਾਨ ਦੀ ਕਿਰਪਾ ਨਾਲ ਨਿਕਲਿਆ ਜਾ ਸਕਦਾ ਹੈ। ਕਸ਼ਟ ਭੋਗਣ ਵਾਲੇ ਅਨੇਕਾਂ ਇਨਸਾਨਾਂ ਵਿੱਚੋਂ ਕੁਝ ਕੁ ਹੀ ਅਜਿਹੇ ਹਨ ਜੋ ਵਾਸਤਵ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਕਿਆ ਹੈ ਔਰ ਇਸ ਵਿਸ਼ਮ ਸਥਿਤੀ ਵਿੱਚ ਉਹਨਾਂ ਨੂੰ ਕਿਉਂ ਪਾ ਦਿੱਤਾ ਗਿਆ ਹੈ। What they are, why they are put into the awakened position and so soon। जब तक इंसान ਨੂੰ ਆਪਣੇ ਕਸ਼ਟਾਂ ਬਾਰੇ ਜਾਣਕਾਰੀ ਨਹੀਂ ਹੁੰਦੀ, ਤਦ ਤੱਕ ਉਸ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਕਸ਼ਟ ਭੋਗਣਾ ਨਹੀਂ ਹੈ, ਇਹਨਾਂ ਦਾ ਹੱਲ ਲੱਭਣਾ ਹੈ। ਤਦ ਤੱਕ ਇਨਸਾਨ ਸਿੱਧ ਇਨਸਾਨ ਨਹੀਂ ਹੈ, ਅਜਿਹਾ ਕੋਈ ਵਿਰਲਾ ਹੈ। ਮਾਨਵਤਾ ਤਦ ਸ਼ੁਰੂ ਹੁੰਦੀ ਹੈ ਜਦ ਇਸ ਤਰ੍ਹਾਂ ਦੀ ਜਿਗਿਆਸਾ ਸ਼ੁਰੂ ਹੁੰਦੀ ਹੈ। ਬ੍ਰਹਮ ਸੂਤਰ ਮੁਤਾਬਕ ਇਸ ਜਿਗਿਆਸਾ ਨੂੰ ਬ੍ਰਹਮ ਜਿਗਿਆਸਾ ਕਿਹਾ ਜਾਂਦਾ ਹੈ। ਤੋ ਦਾਸ ਇੱਥੇ ਗੱਲ ਬ੍ਰਹਮ ਗਿਆਨ ਦੀ ਗੱਲ ਕਰ ਰਿਹਾ ਸੀ ਕਿ ਬ੍ਰਹਮ ਗਿਆਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦ ਤੱਕ ਬ੍ਰਹਮ ਜਿਗਿਆਸਾ ਸਾਡੇ ਅੰਦਰ ਨਹੀਂ ਜਾਗੇਗੀ ਤਾਂ ਸਾਡੀ ਗੱਲ ਨਹੀਂ ਬਣੇਗੀ। ਬ੍ਰਹਮ ਗਿਆਨ, ਰੱਬ ਦਾ ਗਿਆਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੋ ਸੋ ਇੱਥੇ ਦਾਸ ਇਹ ਵੀ ਗੱਲ ਕਹੇਗਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਕਹਿ ਰਹੇ ਨੇ ਕਿ ਮੈਂ ਜਨਮਾ ਹਾਂ। ਹੁਣ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਤਾਂ ਜਨਮ ਵੀ ਲਿਆ ਹੈ ਵੀ ਗਏ, ਮੈਂ ਅਵਿਨਾਸ਼ੀ ਹਾਂ, ਗਏ। ਲੇਕਿਨ ਇੱਥੇ ਇਹ ਚੀਜ਼ ਸਾਨੂੰ ਦੇਖਣੀ ਚਾਹੀਦੀ ਹੈ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਜਨਮ ਨਹੀਂ ਲੈਂਦੀ, ਕਿਹੜੀ ਚੀਜ਼ ਹੈ ਜਿਹਦਾ ਨਾਸ ਨਹੀਂ ਹੁੰਦਾ, ਕਿਹੜੀ ਚੀਜ਼ ਹੈ ਜੋ ਸਰਵ ਵਿਆਪਕ ਹੈ, ਕਿਹੜੀ ਚੀਜ਼ ਹੈ ਜਿਹੜੀ ਇੱਕ ਹੁੰਦਿਆਂ ਹੋਇਆਂ ਵੀ ਉਹਦੀ ਏਕਤਾ ਵਿੱਚ ਨਿਕਲਦਾ ਹੈ, ਭਾਵ ਇੱਕ ਹੁੰਦਿਆਂ ਹੋਇਆਂ ਵੀ ਸਭ ਜਗ੍ਹਾ ਤੇ। ਮਤਲਬ 2-4-5 ਪੁਆਇੰਟ ਸਾਨੂੰ ਕਲੀਅਰ ਕਰ ਲੈਣੇ ਚਾਹੀਦੇ ਨੇ। ਬਾਕੀ ਇਹ ਗ੍ਰੰਥ ਤਾਂ ਅਨੇਕਾਂ ਹੀ ਇਸ ਪ੍ਰਭੂ ਪਰਮੇਸ਼ਰ ਪਰਮਾਤਮਾ ਦੀਆਂ ਪਹਿਚਾਨਾਂ, ਇਹਦਾ ਹੀ ਇਸ ਇੱਕ ਕੁਲ ਮਾਲਕ ਸਾਈਂ ਦਾ ਹੀ ਸਾਨੂੰ ਸਾਈਂ ਵੱਲ ਹੀ ਇਸ਼ਾਰਾ ਕਰ ਰਿਹਾ। ਇਸ ਕੁਲ ਮਾਲਕ ਪ੍ਰਭੂ ਪਰਮੇਸ਼ਰ ਪਰਮਾਤਮਾ ਵਾਲੇ ਸਾਰੇ ਗ੍ਰੰਥ ਇਸ਼ਾਰਾ ਕਰ ਰਹੇ ਹਨ। ਮਨੁੱਖ ਦੇ ਕੀਤੇ ਹੋਏ ਸਾਰੇ ਸ਼ੁਭ ਕਰਮ
ਅਸਫਲ ਮੰਨੇ ਜਾਂਦੇ ਹਨ ਜਦ ਤੱਕ ਉਹ ਪਾਰ ਬ੍ਰਹਮ ਦੇ ਸੁਭਾਅ ਬਾਰੇ ਜਿਗਿਆਸਾ ਨਹੀਂ ਰੱਖਦੇ। ਦੇਖੋ ਕਿੰਨੀ ਟਾਪ ਦੀ ਗੱਲ ਇਹ ਭਾਗਵਤ ਗੀਤਾ ਵਿੱਚ ਕਹੀ ਗਈ ਹੈ ਕਿ ਜੋ ਕੁਝ ਵੀ ਇਨਸਾਨ ਕਰਦਾ ਹੈ ਇਹਦੇ ਸਾਰੇ ਹੀ ਕੰਮ ਅਸਫਲ ਹਨ, ਲੇਕਿਨ ਜਦ ਇਸ ਬ੍ਰਹਮ ਦਾ ਗਿਆਨ ਹੋ ਜਾਏਗਾ, ਇਸ ਰੱਬ ਦਾ ਗਿਆਨ ਹੋ ਜਾਏਗਾ, ਇਹਦੇ ਹੀ ਸਾਰੇ ਜੋ ਵੀ ਕਰਮ ਕਰਦਾ ਹੈ ਇਨਸਾਨ ਇਸ ਦੇ ਹੀ ਮੰਨ ਕੇ, ਇਹਦਾ ਹੁਕਮ ਮੰਨ ਕੇ, ਇਹਦੀ ਰਜ਼ਾ ਮੰਨ ਕੇ, ਇਹਦੇ ਵਿੱਚ ਰਹਿ ਕੇ ਕਰਦਾ ਹੈ, ਤਾਂ ਫਿਰ ਉਹਦੇ ਸਾਰੇ ਹੀ ਕਰਮ ਅਸਫਲ ਦੀ ਜਗ੍ਹਾ ਸਫਲ ਮੰਨੇ ਜਾਂਦੇ ਹਨ। ਜਦ ਇਹ ਜਿਗਿਆਸਾ ਰੱਖਦਾ ਹੈ ਇਸ ਇੱਕ ਪ੍ਰਮਾਤਮਾ ਦੇ ਦਰਸ਼ਨ ਭਾਗਵਤ ਕਰਾ ਰਹੀ ਹੈ ਆਪ ਜੀ ਇਸ ਗ੍ਰੰਥ ਦੇ ਥਰੂ ਜਦ ਮਰਜੀ ਦਾਸ ਕੋਲ ਆ ਕੇ ਇਸ ਸਿੱਖ ਦੇ ਦਰਸ਼ਨ ਕਰ ਸਕਦੇ। ਸਾਨੂੰ ਬ੍ਰਹਮ ਗਿਆਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਸਾਨੂੰ ਰੱਬ ਦਾ ਗਿਆਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਸਾਨੂੰ ਰੱਬ ਦੇ ਦਰਸ਼ਨ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ। ਭਗਵਾਨ ਭਾਗਵਤ ਗੀਤਾ ਤਾਂ ਬੜੇ ਆਸਾਨੀ ਨਾਲ ਇਸ ਸਿੱਖ ਦੇ ਦਰਸ਼ਨ ਕਰਾ ਰਹੇ, ਲੇਕਿਨ ਗੱਲ ਗਿਆਨ ਦੀ ਆ ਗਈ ਕਿ ਜਦ ਗਿਆਨ ਨਹੀਂ ਹੈ ਤਾਂ ਫਿਰ ਕਿਸ ਤਰ੍ਹਾਂ ਪਤਾ ਲੱਗੇਗਾ ਇਸ ਸਿੱਖ ਦਾ। ਤੋ ਇਸ ਕਰਕੇ ਜੀਵਾਂ ਨੂੰ ਸਮਝ ਨਹੀਂ ਆ ਰਹੀ ਜਦ ਲੋਕ ਇਹ ਪ੍ਰਸ਼ਨ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਉਹ ਕਸ਼ਟ ਕਿਉਂ ਉਠਾ ਰਹੇ ਹਨ ਜਾਂ ਉਹ ਕਿੱਥੋਂ ਆਏ ਹਨ ਔਰ ਕਿੱਥੇ ਜਾਣਾ ਹੈ ਮਰਨ ਤੋਂ ਬਾਅਦ। ਉਹ ਹੀ ਭਗਵਤ ਗੀਤਾ ਦੇ ਸੰਪੂਰਨ ਗਿਆਨੀ ਹੋ ਜਾਂਦੇ ਹਨ ਜਦ ਇਸ ਗੱਲ ਦੀ ਸਮਝ ਆ ਜਾਏ ਕਿ ਅਸੀਂ ਆਏ ਕਿਧਰੋਂ, ਆਣਾ ਹੈ ਕਿੱਥੇ ਆ ਤੇ ਜਾਣਾ ਕਿੱਧਰ ਹੈ। ਜਦ ਇਹ ਗਿਆਨ ਹੋ ਗਿਆ, ਰੱਬ ਦਾ ਗਿਆਨ ਹੋ ਗਿਆ, ਤਾਂ ਫਿਰ ਇਨਸਾਨ ਭਾਗਵਤ ਗੀਤਾ ਦੇ ਸੰਪੂਰਨ ਗਿਆਨੀ ਬਣ ਜਾਂਦੇ ਹਨ। ਜੋ ਭਾਗਵਤ ਗੀਤਾ ਸਾਡਾ ਮੈਨੂਅਲ ਹੈ ਲਾਈਫ ਦਾ, ਇਹ ਸਾਡਾ ਲਾਈਫ ਦਾ ਸਾਰਾ ਰਸਤਾ ਹੀ ਕਲੀਅਰ ਕਰ ਦਿੰਦੀ ਹੈ। ਨਿਸ਼ਚੇਵਾਨ ਗਿਆਨੀ ਪੁਰਸ਼ ਦੇ ਅੰਦਰ ਭਗਵਾਨ ਦੇ ਪ੍ਰਤੀ ਆਦਰ ਭਾਵ ਹੁੰਦਾ ਹੈ। ਅਰਜਨ ਇੱਕ ਅਜਿਹਾ ਗਿਆਨਵਾਨ ਇਨਸਾਨ ਸੀ। ਇਸੇ ਕਰਕੇ ਕਿਹਾ ਜਾਂਦਾ ਨਾ ਕਿ ਪੰਜੇ ਪਾਂਡਵ ਪਵਿੱਤਰ ਆਤਮਾਵਾਂ ਸਨ, ਬਿਲਕੁਲ ਪਵਿੱਤਰ ਸਨ, ਔਰ ਆਪੋਜੀਟ ਕੌਰਵ ਦੁਰਯੋਧਨ ਉਹਨਾਂ ਨੂੰ ਕੋਈ ਗਿਆਨ ਹੀ ਨਹੀਂ ਸੀਗਾ। ਅਗਿਆਨ ਦੀ ਵਜ੍ਹਾ ਕਰਕੇ ਹੀ ਇਹ ਸਾਰਾ ਕੁਝ ਹੋਇਆ। ਅਗਰ ਗਿਆਨ ਹੁੰਦਾ ਤਾਂ ਇਹ ਸਭ ਕੁਝ ਨਹੀਂ ਸੀ ਹੋਣਾ, ਅਧਰਮ ਨਹੀਂ ਸੀ ਫੈਲ ਸਕਦਾ। ਤੋ ਇੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਧਰਮ ਔਰ ਅਧਰਮ ਦੀ ਗੱਲ ਤੇ ਹੀ ਸਟ੍ਰੈਸ ਦਿੱਤਾ ਹੈ। ਇਹ ਹੀ ਸੂਚੀ ਮਾਨਵਤਾ ਨੂੰ ਇਸ ਕੁਰੂਕਸ਼ੇਤਰ ਦੇ ਯੁੱਧ ਦਾ ਸਾਰਾ ਜੋ ਪ੍ਰਯੋਜਨ ਹੈ ਉਹ ਇਸੇ ਤਰ੍ਹਾਂ ਹੀ ਸਮਝਾਇਆ ਹੈ ਕਿ ਬਈ ਸਾਨੂੰ ਧਰਮ ਤੇ ਚੱਲਣਾ ਚਾਹੀਦਾ, ਧਰਮ ਵਾਲੇ ਪਾਸੇ ਚੱਲਣਾ ਚਾਹੀਦਾ। ਧਰਮ ਦੀ ਹਮੇਸ਼ਾ ਜਿੱਤ ਹੁੰਦੀ ਹੈ। ਜਦ ਮਨੁੱਖ ਜੀਵਨ ਦੇ ਵਾਸਤਵਿਕ ਮਕਸਦ ਨੂੰ ਭੁੱਲ ਜਾਂਦਾ ਹੈ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਵਿਸ਼ੇਸ਼ ਰੂਪ ਵਿੱਚ ਉਸ ਪ੍ਰਯੋਜਨ ਨੂੰ ਪੂਰਾ ਕਰਨ ਲਈ ਅਵਤਾਰ ਲੈਂਦੇ ਹਨ। ਤਦ ਵੀ ਅਨੇਕਾਂ ਲੋਕਾਂ ਵਿੱਚੋਂ ਕੋਈ ਵਿਰਲਾ ਹੁੰਦਾ ਹੈ ਜੋ ਵਾਸਤਵ ਵਿੱਚ ਆਪਣੀ ਸਥਿਤੀ ਨੂੰ ਜਾਣ ਪਾਉਂਦਾ ਹੈ। ਔਰ ਇਹ ਭਗਵਾਨ ਔਰ ਇਹ ਭਾਗਵਤ ਗੀਤਾ ਉਸ ਦੇ ਲਈ ਕਹੀ ਗਈ ਹੈ, ਉਸ ਜੀਵ ਲਈ ਕਹੀ ਗਈ ਹੈ। ਵਾਸਤਵ ਵਿੱਚ ਅਸੀਂ ਸਾਰੇ ਅਵਿਦਿਆ ਰੂਪੀ ਬਾਧਾ ਵਿੱਚ ਨਿਕਲੇ ਗਏ ਹਾਂ। ਅਵਿਦਿਆ ਰੂਪੀ ਬਾਧਾ ਵਿੱਚ ਨਿਕਲੇ ਗਏ ਹਾਂ, ਲੇਕਿਨ ਭਗਵਾਨ ਜੀਵਾਂ ਉੱਪਰ ਵਿਸ਼ੇਸ਼ ਕਰਕੇ ਮਨੁੱਖਾਂ ਉੱਪਰ ਕਿਰਪਾਲੂ ਹਨ। ਇਸ ਕਰਕੇ ਉਹਨਾਂ ਨੇ ਆਪਣੇ ਮਿੱਤਰ ਅਰਜਨ ਨੂੰ ਆਪਣਾ ਸਿਸ਼ ਬਣਾ ਕੇ ਭਗਵਤ ਗੀਤਾ ਕਹਿ ਸੁਣਾਈ, ਭਗਵਤ ਗੀਤਾ ਦੇ ਪ੍ਰਵਚਨ ਕੀਤੇ ਤਾਂ ਉਧਰ ਅਰਜਨ ਨੂੰ ਸਾਰੀ ਗੱਲ ਸਮਝ ਆ ਗਈ। ਭਗਵਾਨ ਕ੍ਰਿਸ਼ਨ ਦਾ ਪਾਰਸ਼ਦ ਹੋਣ ਕਰਕੇ ਅਰਜਨ ਸਮਸਤ ਅਗਿਆਨ ਅਵਿਦਿਆ ਤੋਂ ਮੁਕਤ ਸੀ। ਭਾਵ ਅਰਜਨ ਇੱਕ ਪਵਿੱਤਰ ਆਤਮਾ ਸੀ, ਲੇਕਿਨ ਕੁਰੂਕਸ਼ੇਤਰ ਦੇ ਯੁੱਧ ਸਥਲ ਵਿੱਚ ਉਹ ਅਗਿਆਨੀ ਬਣ ਕੇ ਭਗਵਾਨ ਕ੍ਰਿਸ਼ਨ ਕੋਲ ਜੀਵਨ ਦੀਆਂ ਸਮੱਸਿਆਵਾਂ ਦੇ ਬਾਰੇ ਵਿੱਚ ਪ੍ਰਸ਼ਨ ਕਰਨ ਲੱਗ ਪਿਆ ਤਾਂ ਜੋ ਭਗਵਾਨ ਉਹਨਾਂ ਦੀ ਵਿਆਖਿਆ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਕਰਦੇ।